कोई चैलेंज है ही नहीं है। ਇਹ ਤੇ ਤੁਹਾਨੂੰ ਪ੍ਰੈਸ ਨੂੰ ਲੱਗ ਰਿਹਾ ਕਿ ਚੈलेंज ਵੱਧ ਗਿਆ, ਸਾਡੇ ਲਈ ਤੇ ਕੰਮ ਸੌਖਾ ਹੋ ਗਿਆ। नहीं पर पार्टियां कह रही हैं जी कि इस बार हल्के जितने के दावे सारे करते हैं, तो उन्होंने कहा कि ये हल्का दखनी तो साढ़े वास्ते जितना बहुत सौखा है क्योंकि बहुत समय तो बुलारिया परिवार का राज है ਇਹਦੇ ਤੇ। ਵੇਖੋ ਬੁਲਾਰੀਆ ਪਰਿਵਾਰ ਦਾ ਪਹਿਲੀ ਗੱਲ ਆ, ਰਾਜ ਤੇ ਮੈਂ ਮੰਨਦਾ ਨਹੀਂ ਕਿ ਰਾਜ ਆ। ਮੈਂ ਤੇ ਮੰਨਦਾ ਕਿ ਸਾਨੂੰ ਜਨਤਾ ਸੇਵਾ ਦਾ ਮੌਕਾ ਦਿੰਦੀ ਆ ਔਰ ਅਸੀਂ ਸੇਵਾ ਕਰੀ ਜਾ ਰਹੇ ਹਾਂ। ਔਰ ਪਿਛਲੀ ਵਾਰੀ ਤੇ ਬਬਲ ਬਹੁਤ ਵੱਡਾ ਸੀ, ਐਤਕੀ ਤੇ ਬਬਲੀ ਆ, ਤੇ ਇਸ ਕਰਕੇ ਕੋਈ ਫਰਕ ਨਹੀਂ ਪੈਣਾ। ਲੋਕ ਜਿਹੜੇ ਆ ਉਹ ਵੇਖ ਚੁੱਕੇ ਆ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਕਿਸ ਤਰੀਕੇ ਨਾਲ 100 ਦਿਨ ਦੇ ਵਿੱਚ ਕੰਮ ਕਰਕੇ ਦਿਖਾਏ ਨੇ ਲੋਕਾਂ ਨੂੰ। ਸਾਡਾ ਜਿਹੜਾ ਲੀਡਰ ਆ ਕੈਪਟਨ ਅਮਰਿੰਦਰ ਸਿੰਘ ਸੀ, ਔਰ ਉਹਨਾਂ ਕੋ ਜੋ ਵਾਅਦੇ ਪੰਜਾਬੀਆਂ ਨੂੰ ਸਰਕਾਰ ਨੇ ਬਣਨ ਤੋਂ ਪਹਿਲੇ ਕੀਤੇ ਸੀਗੇ, ਉਹ ਵਾਅਦਿਆਂ ਤੇ ਕੈਪਟਨ ਅਮਰਿੰਦਰ ਸਿੰਘ ਖਰੇ ਨਹੀਂ ਉਤਰ ਸਕੇ। ਔਰ ਨਾ ਹੀ ਬਿਜਲੀ ਉੱਤੇ ਉਹਨਾਂ ਨੇ ਕੋਈ ਕੰਮ ਕਰਕੇ ਦਿਖਾਇਆ, ਨਾ ਪੈਟਰੋਲ ਡੀਜ਼ਲ ਤੇ ਕਰਕੇ ਵਿਖਾਇਆ। ਜਿਹੜੇ ਲੀਡਰਾਂ ਨੂੰ ਅਸੀਂ ਬਿਲਕੁਲ ਕਾਂਗਰਸ ਪਾਰਟੀ ਨੇ ਨਕਾਰਤਾ, ਉਹ ਭਾਜਪਾ ਦਾ ਰੁਖ ਕਰ ਰਹੇ ਆ, ਤੇ ਬੈਸਟ ਆਫ ਲੱਕ ਟੂ ਭਾਜਪਾ। ਜਿਹੋ ਜਿਹਾ ਉਹਨਾਂ ਨੇ ਮੋਦੀ ਜੀ ਨੇ ਸੈਂਟਰ 'ਚ ਕੀਤਾ ਨਾ, ਉਹੋ ਜਿਹਾ ਸਟੇਟ 'ਚ ਕਰਤਾ, ਸਟੇਟ ਦਾ ਤੇ ਬੇੜਾ ਗਰਕ ਹੋ ਜਾਊਗਾ। ਤੁਸੀਂ ਜਾ ਕੇ ਵੇਖੋ ਵੀ ਅੱਜ ਦਾਅਵੇ ਬਹੁਤ ਵੱਡੇ ਨੇ ਮੋਦੀ ਸਾਹਿਬ ਦੇ ਹਿੰਦੁਸਤਾਨ ਦੇ ਲੈਵਲ ਦੇ ਉੱਤੇ। ਤੁਸੀਂ ਜਾ ਕੇ ਯੂਪੀ ਦੀ ਗੱਲ ਕਰਦੇ ਆ, ਤੁਸੀਂ ਯੂਪੀ ਜਾ ਕੇ ਗਰਾਊਂਡ ਸਰਵੇ ਕਰਕੇ ਵੇਖੋ ਵੀ ਕੀ ਹਾਲ ਨੇ, ਉੱਥੋਂ ਦੀ ਜਾ ਕੇ ਸੱਚਾਈ ਵੇਖੋ ਕੀ ਹਾਲ ਨੇ। ਜਿਹੜੇ ਇੰਨੇ ਵੱਡੇ ਵਾਅਦੇ ਨਰਿੰਦਰ ਮੋਦੀ ਨੇ ਔਰ ਅਮਿਤ ਸ਼ਾਹ ਜੀ ਨੇ ਕੀਤੇ ਸੀਗੇ, ਉਹ ਪੂਰੇ ਹੋਏ ਨੇ? ਪੰਜਾਬ ਦੇ ਵਿੱਚ ਅਕਸਰ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਹੁੰਦਾ ਸੀ, ਲੇਕਿਨ ਹੁਣ ਇਸ ਵਾਰ ਆਮ ਆਦਮੀ ਪਾਰਟੀ ਤਾਂ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਵੱਡੇ ਜਿਹੜੇ ਚਿਹਰੇ ਨੇ, ਵੱਡੀਆਂ ਪਾਰਟੀਆਂ ਨੇ ਇਸ ਵਕਤ ਮੈਦਾਨ 'ਚ ਨੇ। ਅੱਜ ਅਸੀਂ ਗੱਲ ਕਰਾਂਗੇ ਇੰਦਰਬੀਰ ਸਿੰਘ ਬੁਲਾਰੀਆ ਉਹਨਾਂ ਨਾਲ, ਜੋ ਕਿ ਅੰਮ੍ਰਿਤਸਰ ਦੇ ਹਲਕਾ ਦੱਖਣੀ ਤੋਂ ਨੇ। ਬੁਲਾਰੀਆ ਸਾਹਿਬ, ਚੈਲੰਜ ਵੱਧ ਗਿਆ ਹੁਣ ਤੇ? ਚੈਲੰਜ ਨਾ ਪਹਿਲੇ ਕਦੀ ਹੋਇਆ, ਨਾ ਹੁਣ ਕਦੀ ਆ। ਕੋਈ ਚੈਲੰਜ ਹੈ ਹੀ ਨਹੀਂ ਹੈ। ਇਹ ਤੇ ਤੁਹਾਨੂੰ ਪ੍ਰੈਸ ਨੂੰ ਲੱਗ ਰਿਹਾ ਕਿ ਚੈਲੰਜ ਵੱਧ ਗਿਆ, ਸਾਡੇ ਲਈ ਤੇ ਕੰਮ ਸੌਖਾ ਹੋ ਗਿਆ। नहीं पर पार्टियां कह रही हैं जी कि इस बार हल्के जितने दावे सारे करते हैं, तो उन्होंने कहा कि ये हल्का दखनी तो साढ़े वास्ते जितना बहुत सौखा है क्योंकि बहुत समय तो बुलारिया परिवार का राज है ਇਹਦੇ ਤੇ। ਵੇਖੋ ਬੁਲਾਰੀਆ ਪਰਿਵਾਰ ਦਾ ਪਹਿਲੀ ਗੱਲ ਆ, ਰਾਜ ਤੇ ਮੈਂ ਮੰਨਦਾ ਨਹੀਂ ਕਿ ਰਾਜ ਆ। ਮੈਂ ਤੇ ਮੰਨਦਾ ਕਿ ਸਾਨੂੰ ਜਨਤਾ ਸੇਵਾ ਦਾ ਮੌਕਾ ਦਿੰਦੀ ਆ ਔਰ ਅਸੀਂ ਸੇਵਾ ਕਰੀ ਜਾ ਰਹੇ ਹਾਂ। ਔਰ ਇਹ ਚੌਥੀ ਵਾਰੀ ਆ। ਜੇ ਪਾਰਟੀ ਨੇ ਮੈਨੂੰ ਚੌਥੀ ਵਾਰੀ ਵੀ ਕੁਝ ਜੇ ਟਿਕਟ ਦੇ ਕੇ ਨਵਾਜਿਆ, ਤੇ ਕੁਝ ਸੋਚ ਸਮਝ ਕੇ ਕੋਈ ਸਰਵੇ ਉਹਨਾਂ ਕੋ ਵੀ, ਕਾਂਗਰਸ ਪਾਰਟੀ ਕੋ ਵੀ ਹੋਣਗੇ ਕਿ ਜਿਹਦੇ ਵਿੱਚ ਇਹ ਸਾਫ਼ ਤੇ ਸਪਸ਼ਟ ਆਇਆ ਹੋਊਗਾ ਕਿ ਜੇ ਟਿਕਟ ਕੋਈ ਜਿੱਤ ਸਕਦਾ ਤੇ ਇੰਦਰਬੀਰ ਬੁਲਾਰੀਆ ਜਿੱਤ ਸਕਦਾ। ਸੋ ਇਸ ਕਰਕੇ ਕੋਈ ਇਹ ਗੱਲਾਂ ਜਿਹੜੀਆਂ ਨੇ, ਵਿਰੋਧੀਆਂ ਨੇ ਜੋ ਗੱਲਾਂ ਕਰਨੀਆਂ ਕਰਨ, ਅਸੀਂ ਆਪਣਾ ਕੰਮ ਕਰਨਾ, ਉਹਨਾਂ ਨੇ ਆਪਣਾ ਕੰਮ ਕਰਨਾ। ਮੈਂ ਵੈਲਕਮ ਕਰਦਾ ਕਿ ਜੋ ਉਹ ਆਪਣਾ ਕੰਮ ਕਰ ਰਹੇ ਉਹ ਕਰਨ, ਪਰ ਅਫਸੋਸ ਵਾਲੀ ਗੱਲ ਹੈ ਕਿ ਉਹ ਆਪਣਾ ਕੰਮ ਘੱਟ ਕਰ ਰਹੇ ਔਰ ਮੇਰੇ ਵੱਲ ਨਜ਼ਰ ਜ਼ਿਆਦਾ ਰੱਖ ਰਹੇ। ਕਿ ਮੈਂ ਗੱਲ ਬਾਰ-ਬਾਰ ਕਹਿੰਦੇ ਨੇ ਕਿ ਅਕਾਲੀ ਦਲ ਨੇ ਬਹੁਤ ਵੱਡਾ ਪਲੇਟਫਾਰਮ ਤੁਹਾਨੂੰ ਦਿੱਤਾ ਪਰ ਤੁਸੀਂ ਕੰਮ ਨਹੀਂ ਕੀਤਾ। ਤੇ ਜਿਹੜੀ ਮੈਂ ਲੜਾਈ ਲੜੀ ਸੀਗੀ, ਉਹ ਕਾਹਦੇ ਲਈ ਲੜੀ ਸੀਗੀ? ਸੁਲਤਾਨਵਿੰਡ ਪਿੰਡ ਦੇ ਲਈ ਜੇ ਆਪਾਂ ਕੋਈ ਮੋਰਚਾ ਖੋਲ੍ਹਿਆ ਸੀਗਾ ਜਾਂ ਡੰਪ ਲਈ ਖੋਲ੍ਹਿਆ ਸੀਗਾ, ਤੇ ਉਹ ਕਾਹਦੇ ਲਈ ਖੋਲ੍ਹਿਆ ਸੀ? ਉਹ ਡਿਵੈਲਪਮੈਂਟ ਲਈ ਖੋਲ੍ਹਿਆ ਸੀਗਾ। ਔਰ ਸੁਲਤਾਨਵਿੰਡ ਪਿੰਡ ਦੇ ਵਿੱਚ ਅੱਜ ਜਾ ਕੇ ਵੇਖੋ 100% ਸੀਵਰ ਪੈ ਗਿਆ, 100% ਵਾਟਰ ਸਪਲਾਈ ਪੈ ਗਈ ਆ। ਸੜਕਾਂ ਦਾ ਜੇ ਮੈਂ ਆਖਾਂ, ਜੇ ਮੈਂ ਪਰਸੈਂਟੇਜ 'ਚ ਗੱਲ ਕਰਾਂ, ਤੇ 80% ਜਿਹੜੀਆਂ ਅੰਦਰਲੀਆਂ ਲਿੰਕ ਰੋਡਸ ਨੇ ਉਹ ਸਾਰੀਆਂ ਹੋ ਗਈਆਂ। ਜਿਹੜੀ ਮੇਨ ਰੋਡ ਆ, ਕਿਉਂਕਿ ਉੱਥੇ ਸੀਵਰ ਵੱਡਾ ਸੀਗਾ, ਉਹ ਸੀਵਰ ਵੱਡਾ ਹੋਣ ਕਰਕੇ ਉਹਨੂੰ ਸਮਾਂ ਲੱਗਦਾ, ਕਿਉਂਕਿ ਉਹਨੂੰ ਟਾਈਮ ਦੇਣਾ ਪੈਂਦਾ, ਔਰ ਉਹ ਟਾਈਮ ਅਸੀਂ ਦਿੱਤਾ। ਹੁਣ ਉਹਦੇ ਵੀ ਪੈਸੇ ਆਏ ਪਏ ਆ, ਤੁਸੀਂ ਚੈੱਕ ਕਰਾ ਲਓ, ਸਾਰੇ ਟੈਂਡਰ ਪਾਸ ਨੇ। ਪਰ ਫਿਰ ਵੀ ਅਕਾਲੀ ਦਲ ਕਿਤੇ ਨਾ ਕਿਤੇ, ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਤੁਹਾਡੇ ਤੇ ਬਹੁਤ ਸਾਰਾ ਨਿਸ਼ਾਨਾ ਸਾਧਦੇ ਨੇ, ਕਹਿੰਦੇ ਜੀ ਡੰਪ ਦੀ ਗੱਲ ਕੀਤੀ ਸੀ, ਪੂਰੀ ਨਹੀਂ ਕੀਤੀ, ਕਿਉਂਕਿ ਬੜਾ ਵੱਡਾ ਸਿਆਸੀ ਮੁੱਦਾ ਅੰਮ੍ਰਿਤਸਰ ਨਾਲ ਜੁੜਿਆ। ਤੇ ਉਹਨਾਂ ਨੂੰ ਪੁੱਛੋ, ਜਦੋਂ ਮੈਂ ਚੁੱਕੀ ਸੀਗੀ ਉਦੋਂ ਸਰਕਾਰ ਕੇਂਦਰ ਵਿੱਚ ਵੀ ਇਹਨਾਂ ਦੇ ਸੀਗੇ। ਭਾਜਪਾ ਜਿਹੜੀ ਆ ਉਹਦੇ ਤੇ 9 ਮਾਸ ਦਾ ਰਿਸ਼ਤਾ ਸੀ ਨਾ ਇਹਨਾਂ ਦਾ, ਮੇਰਾ ਤੇ ਇਹ ਨਹੀਂ ਸੀਗਾ। ਤੁਸੀਂ ਵੀ ਉਸ 9 ਮਾਸ ਦੇ ਰਿਸ਼ਤੇ ਦਾ ਹਿੱਸਾ ਹੀ ਸੀਗੇ ਨਾ। ਮੈਂ ਤੇ 9 ਕਟਾ ਲਿਆ ਸੀਗਾ 2 ਸਾਲ ਪਹਿਲੇ ਲੜੇ। 2 ਸਾਲ ਪਹਿਲੇ ਮੇਰਾ ਤੇ ਇਹਨਾਂ ਨਾਲ ਇਸ ਮੁੱਦਿਆਂ ਨੂੰ ਲੈ ਕੇ, ਹਲਕੇ ਦੇ ਮੁੱਦਿਆਂ ਨੂੰ ਲੈ ਕੇ ਝਗੜਾ ਹੋ ਗਿਆ ਸੀਗਾ। ਅਖੀਰਲੇ 2 ਸਾਲ ਜਿਹੜੇ ਆ ਮੈਂ ਤੇ ਇੱਕ ਤਰ੍ਹਾਂ ਆਪੋਜੀਸ਼ਨ ਦਾ MLA ਹੋ ਕੇ ਕੱਢਿਆ ਸੀਗਾ, ਠੀਕ ਆ। ਔਰ ਉਦੋਂ ਵੀ ਇਹਨਾਂ ਨੂੰ ਮੌਕਾ ਦਿੱਤਾ। ਮੈਂ ਤੇ ਆਖਿਆ ਸੀ ਕਿ ਅੱਜ ਤੇ ਸੈਂਟਰ ਵਿੱਚ ਵੀ NGT ਜਿਹੜੀ ਆ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਜਿਹੜਾ, ਉਹ ਸਟੇਟ ਗਵਰਨਮੈਂਟ ਥੱਲੇ ਨਹੀਂ ਹੈਗਾ, ਉਹ ਸੈਂਟਰ ਥੱਲੇ ਆ। ਤੇ ਮੈਂ ਇਹਨਾਂ ਨੂੰ ਆਖਿਆ ਸੀ ਵੀ ਅੱਜ ਵੀ ਤੁਸੀਂ ਉੱਥੇ ਗੱਲ ਕਰੋ, ਪਰ ਨਾ ਇਹਨਾਂ ਨੇ ਉਦੋਂ ਕੀਤੀ। ਬਾਅਦ ਚੋਂ ਤੇ ਕੀ ਕਰਨੀ, ਬਾਅਦ ਚੋਂ ਤੇ ਸਰਕਾਰ ਤੋਂ ਜਾਂਦੇ ਰਹੇ। ਪਰ ਸਾਡੀ ਸਰਕਾਰ ਜਦੋਂ ਆਈ, ਜਿੰਨਾ ਹਿੱਸਾ ਸਾਡੇ ਕੋਲ ਸੀ, ਜਿਹੜਾ ਸਾਡਾ ਅਖਤਿਆਰ ਸੀਗਾ ਕਿ ਅਸੀਂ ਡੰਪ ਨੂੰ ਤੱਕ ਕੇ ਪਿੱਛੇ ਲੈ ਗਏ ਹਾਂ। ਅੱਗੇ 2-2.5 ਏਕੜ ਥਾਂ ਖਾਲੀ ਆ, ਆਬਾਦੀ ਤੋਂ ਅਸੀਂ ਪਿੱਛੇ ਲੈ ਗਏ ਹਾਂ। ਪਰ ਪਹਿਲੇ ਜਿਹੜਾ ਡੰਪ ਸੀਗਾ, ਮੈਂ ਤੁਹਾਡੀ ਗੱਲ, ਪਰ ਫਿਰ ਵੀ ਕਿਉਂ ਸਵਾਲ ਕਿਉਂ ਖੜੇ ਹੋ ਰਹੇ? ਕਿਉਂਕਿ ਤੁਸੀਂ ਕਿਹਾ ਸੀ ਕਿ ਡੰਪ ਬਿਲਕੁਲ ਖਤਮ ਕਰ ਦਾਂਗੇ।
ਵੇਖੋ ਵਿਰੋਧੀਆਂ ਦਾ ਕੰਮ ਹੁੰਦਾ ਸਵਾਲ ਖੜੇ ਕਰਨਾ, ਆਪੋਜੀਸ਼ਨ ਪਾਰਟੀ ਦਾ ਕੰਮ ਹੁੰਦਾ ਸਵਾਲ ਖੜੇ ਕਰਨਾ। ਸਾਡਾ ਜਿਹੜਾ ਕੰਮ ਸੀਗਾ, ਮੈਂ ਤੁਹਾਨੂੰ ਦੱਸ ਰਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਉਹ ਸਟੇਟ ਗਵਰਨਮੈਂਟ ਦਾ ਸਬਜੈਕਟ ਨਹੀਂ ਹੈਗਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਉਹ ਸੈਂਟਰ ਦਾ ਸਬਜੈਕਟ ਹੈਗਾ, ਔਰ ਇਹਦੇ ਵਿੱਚ ਉਨੀ ਦੇਰ ਤੱਕ ਮਸਲੇ ਹੱਲ ਨਹੀਂ ਹੋ ਸਕਦੇ ਜਿੰਨੀ ਦੇਰ ਤੱਕ ਸਟੇਟ ਤੇ ਸੈਂਟਰ ਦੀ ਆਪਸ 'ਚ ਤਾਲਮੇਲ ਨਾਲ ਬੈਠਦਾ ਹੋਵੇ। ਸਟੇਟ ਨੇ ਫਿਰ ਐਮਐਲਏ ਦਾ ਹੀ ਕੰਮ ਹੁੰਦਾ ਨਾ। ਨਹੀਂ ਵੇਖੋ, ਐਮਐਲਏ ਕੋ ਤਾਕਤ ਜਿਹੜੀ ਆ ਉਹ ਸੀਮਤ ਤਾਕਤ ਆ। ਮੈਂ ਵਿਧਾਨ ਸਭਾ ਤੋਂ ਕੰਮ ਅਪਰੂਵ ਕਰਾ ਸਕਦਾ, ਮੈਂ ਜਿਹੜਾ ਲੋਕ ਸਭਾ ਤੋਂ ਕੰਮ ਨਹੀਂ ਅਪਰੂਵ ਕਰਾ ਸਕਦਾ, ਠੀਕ ਆ। ਔਰ ਸਾਹਿਬ ਨੂੰ ਕਹਿ ਦੇਣਾ ਸੀ ਉਹ ਤੇ ਤੁਹਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਨੇ ਔਰ ਤੁਹਾਡੇ ਕਾਫੀ ਨਜ਼ਦੀਕੀ ਵੀ ਨੇ। ਨਹੀਂ, ਪਰ ਉਹ ਸੰਸਦ ਸਾਹਿਬ ਕੋ ਸਰਕਾਰ ਨਹੀਂ ਨਾ ਉੱਥੇ ਹੈਗੀ, ਉੱਥੇ ਸਰਦਾਰ ਭਾਜਪਾ ਦੀ ਆ, ਨਰਿੰਦਰ ਮੋਦੀ ਦੀ ਆ, ਅਮਿਤ ਸ਼ਾਹ ਦੀ ਆ, ਉਹ ਬੀਜੇਪੀ ਦੀ ਸਰਕਾਰ ਦੇ ਵਿੱਚ ਚੁੱਕਣੀ ਬੰਦੀ ਸੀ। ਉਹ ਠੀਕ ਆ, ਉਹਨਾਂ ਨੇ ਚੁੱਕੀ ਆ, ਉਹਨਾਂ ਨੇ ਗੱਲ ਵੀ ਕੀਤੀ, ਐਨਜੀਟੀ ਨੂੰ ਇੱਥੋਂ ਪੱਤਰ ਵੀ ਗਏ ਆ, ਪਰ ਉਹ ਨਹੀਂ ਐਨਜੀਟੀ ਨੇ ਮੰਨਿਆ। ਔਰ ਸਾਡੇ ਡਿਪਟੀ ਕਮਿਸ਼ਨਰ ਨੇ ਕੋਸ਼ਿਸ਼ ਵੀ ਕੀਤੀ ਆ, ਜਿਹੜੇ ਸਾਡੇ ਪਿਛਲੇ ਡਿਪਟੀ ਕਮਿਸ਼ਨਰ ਸੀਗੇ ਉਹਨਾਂ ਨੇ 2-3 ਥਾਵਾਂ ਵੀ ਵੇਖੀਆਂ ਸੀਗੀਆਂ ਕਿ ਔਰ ਐਨਜੀਟੀ ਨਾਲ ਗੱਲ ਵੀ ਛੇੜੀ ਸੀਗੀ, ਬਟ ਉਹ ਡਿਊ ਟੂ ਸਰਟਨ ਰੀਜ਼ਨਸ ਐਨਜੀਟੀ ਦੇ ਆਪਣੇ ਨੋਰਮਸ ਨੇ ਜਿਨ੍ਹਾਂ ਨੂੰ ਉਹ ਜਿਹੜਾ ਆਧਾਰ ਮੰਨ ਕੇ ਚੱਲਦੇ ਆ, ਔਰ ਕਿਸੇ ਵੀ ਕੀਮਤ ਤੇ ਆਪਣੇ ਨੋਰਮਸ ਬਦਲਣ ਨੂੰ ਤਿਆਰ ਨਹੀਂ ਆ। ਪਰ ਅਸੀਂ ਇਹਦਾ ਜਿਹੜਾ ਹੱਲ ਕਰ ਰਹੇ ਹਾਂ ਬਤੌਰ ਸਟੇਟ ਗਵਰਨਮੈਂਟ, ਅਸੀਂ ਪ੍ਰੋਜੈਕਟ ਤੁਸੀਂ ਉੱਥੇ ਜਾ ਕੇ ਵੇਖ ਲਓ। ਅੱਜ ਜੇ ਉੱਥੇ ਪਹਾੜ ਲੱਗਾ ਪਿਆ ਨਾ, ਉਹ ਗੰਦ ਦਾ ਨਹੀਂ ਹੈਗਾ, ਉਹ ਪਲਾਸਟਿਕ ਦਾ। ਤੁਸੀਂ ਜਾ ਕੇ ਵੇਖੋਗੇ ਨਾ, ਉੱਥੇ ਸਮਾਨ ਸੈਗਰੀਗੇਟ ਹੋਇਆ ਪਿਆ, ਜਿਹੜਾ ਬਦਬੂ ਆਉਂਦੀ ਸੀਗੀ ਪਹਿਲੇ। ਉੱਥੇ ਜਾ ਕੇ ਵੇਖੋ, ਤੁਹਾਨੂੰ ਆਪ ਆਬਾਦੀਆਂ 'ਚ ਘੁੰਮ ਫਿਰ ਕੇ ਵੇਖੋ, ਤੁਹਾਨੂੰ ਆਪ ਮਹਿਸੂਸ ਹੋ ਜਾਏਗਾ ਕਿ ਹੁਣ ਬਦਬੂ ਨਹੀਂ ਆਉਂਦੀ। ਪਹਿਲੇ ਉੱਥੇ ਜਾਂਦੇ, ਜਦੋਂ ਤੁਸੀਂ ਜਾਂਦੇ ਸੀ ਨਾ ਉੱਥੇ ਡੰਪ ਤੇ ਕੀ ਜਾਂਦੇ ਸੀ, ਉਹਦੇ ਆਲੇ ਦੁਆਲੇ ਆਬਾਦੀਆਂ 'ਚ ਤੇ ਮੱਖੀਆਂ ਮੂੰਹ 'ਚ ਪੈਂਦੀਆਂ ਸੀਗੀਆਂ, ਤੇ ਅੱਜ ਜਾ ਕੇ ਵੇਖੋ ਉੱਥੇ ਬਹੁਤ ਵੱਡਾ ਫਰਕ ਪੈ ਚੁੱਕਿਆ। ਚਲੋ ਹੁਣ ਅਸੀਂ ਨੈਕਸਟ ਗੱਲ ਤੇ ਆਵਾਂਗੇ ਕਿ ਆਮ ਆਦਮੀ ਪਾਰਟੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ, ਕਿਉਂਕਿ ਬਹੁਤ ਵੱਡੇ ਦਾਅਵੇ ਕਰ ਰਹੇ, ਕਹਿੰਦੇ ਵੇਵ ਐਸੋ ਸਿਰਫ ਆਮ ਆਦਮੀ ਪਾਰਟੀ ਦੀ ਹੈ। ਉਹ ਇੱਕ ਗੁਬਾਰਾ ਹੁੰਦਾ, ਇੱਕ ਬਬਲ ਆ, ਹੋਰ ਕੁਛ ਨਹੀਂ ਹੈ। ਔਰ ਪਿਛਲੀ ਵਾਰੀ ਤੇ ਬਬਲ ਬਹੁਤ ਵੱਡਾ ਸੀ, ਐਤਕੀ ਤੇ ਬਬਲੀ ਆ, ਤੇ ਇਸ ਕਰਕੇ ਕੋਈ ਫਰਕ ਨਹੀਂ ਪੈਣਾ। ਲੋਕ ਜਿਹੜੇ ਆ ਉਹ ਵੇਖ ਚੁੱਕੇ ਆ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਕਿਸ ਤਰੀਕੇ ਨਾਲ 100 ਦਿਨ ਦੇ ਵਿੱਚ ਕੰਮ ਕਰਕੇ ਦਿਖਾਏ ਨੇ ਲੋਕਾਂ ਨੂੰ। ਪਰ ਇਹ ਪਹਿਲੀ ਪਾਰਟੀ ਹੈ ਕਿ ਜਿਹੜਾ ਆਪਣੇ ਅਖੀਰਲੇ 100 ਦਿਨਾਂ ਦਾ ਹਿਸਾਬ ਦਿੰਦੀ ਹੈ। ਪਹਿਲੇ 100 ਦਿਨਾਂ ਦਾ ਹਿਸਾਬ ਤੇ ਪਹਿਲੇ ਦੇਖਿਆ ਸੀ, ਪਰ ਅਖੀਰਲੇ 100 ਦਿਨਾਂ ਦਾ ਹਿਸਾਬ ਤੇ ਪਹਿਲੀ ਵਾਰ ਵੇਖ ਰਹੇ ਹਾਂ। ਜਿਹੜਾ ਸਰਕਾਰ ਹੁੰਦੀ ਹੈ ਨਾ, ਇਹ ਸਰਕਾਰ ਹੁੰਦੀ ਆ, ਇਟਸ ਲੈਡ ਬਾਈ ਦਾ ਚੀਫ ਮਿਨਿਸਟਰ। ਉਹ ਚੀਫ ਮਿਨਿਸਟਰ ਨੂੰ ਵੇਖਦੀ ਆ ਵੀ ਚੀਫ ਮਿਨਿਸਟਰ ਲੀਡਰ ਜਿਹੜਾ ਉਹ ਚੀਫ ਮਿਨਿਸਟਰ ਹੁੰਦਾ। ਬਦਕਿਸਮਤੀ ਹੈ ਸਾਡੀ ਕਿ ਸਾਡਾ ਜਿਹੜਾ ਲੀਡਰ ਆ ਕੈਪਟਨ ਅਮਰਿੰਦਰ ਸਿੰਘ ਸੀ, ਔਰ ਉਹਨਾਂ ਕੋ ਜੋ ਵਾਅਦੇ ਪੰਜਾਬੀਆਂ ਨੂੰ ਸਰਕਾਰ ਨੇ ਬਣਨ ਤੋਂ ਪਹਿਲੇ ਕੀਤੇ ਸੀਗੇ, ਉਹ ਵਾਅਦਿਆਂ ਤੇ ਕੈਪਟਨ ਅਮਰਿੰਦਰ ਸਿੰਘ ਖਰੇ ਨਹੀਂ ਉਤਰ ਸਕੇ। ਔਰ ਨਾ ਹੀ ਬਿਜਲੀ ਉੱਤੇ ਉਹਨਾਂ ਨੇ ਕੋਈ ਕੰਮ ਕਰਕੇ ਦਿਖਾਇਆ, ਨਾ ਪੈਟਰੋਲ ਡੀਜ਼ਲ ਤੇ ਕਰਕੇ ਵਿਖਾਇਆ। ਇੱਥੋਂ ਤੱਕ ਕਿ ਵੈਟ ਵਰਗੇ ਛੋਟੇ ਮਸਲਿਆਂ ਤੇ ਜਿਹੜਾ ਵਪਾਰੀਆਂ ਦਾ ਰੋਜ਼ ਦਾ ਕੰਮ ਹੈਗਾ ਉਹਦੇ ਉੱਤੇ ਵੀ ਕਰਕੇ ਨਹੀਂ ਵਿਖਾਇਆ। ਔਰ ਪਰ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਇਹ ਸਿੱਧ ਕਰ ਦਿੱਤਾ ਕਿ ਜੇ ਇੱਕ ਲਾਇਕ ਔਰ ਕਾਬਿਲ ਇਨਸਾਨ ਨੂੰ ਇੱਕ ਵੱਡੀ ਕੁਰਸੀ ਤੇ ਬਿਠਾਇਆ ਜਾਏ ਤਾਂ ਉਹ 100 ਦਿਨ ਵਿੱਚ ਵੀ 5 ਸਾਲ ਦਾ ਕੰਮ ਕਰ ਸਕਦਾ। ਉਹਦੇ ਅੰਦਰ ਸ਼ਮਤਾ ਹੋਣੀ ਚਾਹੀਦੀ ਹੈ, ਉਹਦੇ ਅੰਦਰ ਕਾਬਲੀਅਤ ਹੋਣੀ ਚਾਹੀਦੀ ਹੈ, ਔਰ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਆਪਣੀ ਕਾਬਲੀਅਤ ਸਿੱਧ ਕੀਤੀ ਹੈ। ਇੱਕ ਹੋਰ ਸਵਾਲ ਹੈ ਕਿ ਭਾਜਪਾ ਇਸ ਤਰੀਕੇ ਨਾਲ ਦੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਭਾਜਪਾ ਜੁਆਇਨ ਕਰ ਰਹੇ ਨੇ। ਇੱਕ ਉਹ ਭਾਜਪਾ ਜਿਹੜੀ 2 ਮਹੀਨੇ ਪਹਿਲੇ ਬਿਲਕੁਲ ਆਊਟ ਸੀਗੀ, ਲੇਕਿਨ ਇੱਕਦਮ ਕਹੀ ਹੈ ਤੇ ਕਿਸਾਨੀ ਅੰਦੋਲਨ ਤੋਂ ਬਾਅਦ ਵਾਈਲਡ ਕਾਰਡ ਐਂਟਰੀ ਦੇ ਮੁਤਾਬਕ ਉਹ ਸ਼ਾਮਲ ਹੁੰਦੀ ਹੈ, ਲੇਕਿਨ ਅੱਜ ਦਾਅਵੇ ਬਹੁਤ ਵੱਡੇ ਕੀਤੇ ਜਾ ਰਹੇ ਨੇ। ਭਾਜਪਾ ਦੇ ਜਿਹੜੇ ਬੰਦਿਆਂ ਨੂੰ ਅਸੀਂ ਨਕਾਰ ਰਹੇ ਆ, ਜਿਹੜੇ ਬੰਦਿਆਂ ਨੂੰ ਕਾਂਗਰਸ ਪਾਰਟੀ ਨਕਾਰ ਰਹੀ ਆ, ਭਾਜਪਾ ਤੇ ਉਹਨਾਂ ਨੂੰ ਭਾਰੀ ਆ। ਇਹਦਾ ਕੀ ਮਤਲਬ ਆ? ਇਹਦਾ ਮਤਲਬ ਮੈਂ ਜਨਤਾ ਤੇ ਛੱਡਾਂਗਾ ਔਰ ਖੰਨਾ ਸਾਹਿਬ ਤੁਹਾਡੇ ਤੇ ਛੱਡਾਂਗਾ, ਠੀਕ ਆ। ਨਾ ਮੈਨੂੰ ਕੋਈ ਕਹਿਣ ਦੀ ਲੋੜ ਆ, ਨਾ ਮੈਨੂੰ ਦੱਸਣ ਦੀ ਲੋੜ ਆ। ਜਿਹੜੇ ਲੀਡਰਾਂ ਨੂੰ ਅਸੀਂ ਬਿਲਕੁਲ ਕਾਂਗਰਸ ਪਾਰਟੀ ਨੇ ਨਕਾਰਤਾ, ਉਹ ਭਾਜਪਾ ਦਾ ਰੁਖ ਕਰ ਰਹੇ ਆ, ਤੇ ਬੈਸਟ ਆਫ ਲੱਕ ਟੂ ਭਾਜਪਾ। ਪਰ ਉਹ ਕਹਿੰਦਾ ਕਿ ਸੁਸ਼ਾਸਨ ਦੇਣ ਦਾ ਜਿਹੜਾ ਕੰਮ ਮੋਦੀ ਜੀ ਨੇ ਕੀਤਾ, ਸੈਂਟਰ 'ਚ ਕੀਤਾ, ਉਹ ਸਟੇਟ 'ਚ ਵੀ ਕਰਾਂਗੇ। ਜਿਹੋ ਜਿਹਾ ਉਹਨਾਂ ਨੇ ਮੋਦੀ ਜੀ ਨੇ ਸੈਂਟਰ 'ਚ ਕੀਤਾ ਨਾ, ਉਹੋ ਜਿਹਾ ਸਟੇਟ 'ਚ ਕਰਤਾ, ਸਟੇਟ ਦਾ ਤੇ ਬੇੜਾ ਗਰਕ ਹੋ ਜਾਊਗਾ। ਤੁਸੀਂ ਜਾ ਕੇ ਵੇਖੋ ਵੀ ਅੱਜ ਦਾਅਵੇ ਬਹੁਤ ਵੱਡੇ ਨੇ ਮੋਦੀ ਸਾਹਿਬ ਦੇ ਹਿੰਦੁਸਤਾਨ ਦੇ ਲੈਵਲ ਦੇ ਉੱਤੇ। ਤੁਸੀਂ ਜਾ ਕੇ ਯੂਪੀ ਦੀ ਗੱਲ ਕਰਦੇ ਆ, ਤੁਸੀਂ ਯੂਪੀ ਜਾ ਕੇ ਗਰਾਊਂਡ ਸਰਵੇ ਕਰਕੇ ਵੇਖੋ ਵੀ ਕੀ ਹਾਲ ਨੇ, ਉੱਥੋਂ ਦੀ ਜਾ ਕੇ ਸੱਚਾਈ ਵੇਖੋ ਕੀ ਹਾਲ ਨੇ। ਜਿਹੜੇ ਇੰਨੇ ਵੱਡੇ ਵਾਅਦੇ ਨਰਿੰਦਰ ਮੋਦੀ ਨੇ ਔਰ ਅਮਿਤ ਸ਼ਾਹ ਜੀ ਨੇ ਕੀਤੇ ਸੀਗੇ, ਉਹ ਪੂਰੇ ਹੋਏ ਨੇ? ਕਦੀ ਨਾ ਹੋਏ ਨੇ, ਨਾ ਹੋ ਸਕਦੇ ਨੇ। ਪਰ ਤੁਹਾਡੀ ਪਾਰਟੀ ਤੇ ਵੀ ਬੜੇ ਸਾਰੇ ਇਲਜ਼ਾਮ ਲੱਗ ਰਹੇ ਨੇ। ਉਹ ਕਹਿੰਦੇ ਜੀ ਬਿਕਰਮ ਮਜੀਠੀਆ ਦੇ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਬਿਲਕੁਲ ਇੱਕ ਆਈ ਵਾਚ ਸੀ, ਔਰ ਬਿਕਰਮ ਮਜੀਠੀਆ ਬਾਹਰ ਆ ਕੇ ਕਹਿੰਦੇ ਸੀ ਤੁਹਾਡੇ ਤੇ ਹੋਮ ਮਿਨਿਸਟਰ ਨੂੰ ਵੀ ਪਤਾ ਸੀ ਤੇ ਚਰਨਜੀਤ ਸਿੰਘ ਚੰਨੀ ਨੂੰ ਵੀ ਪਤਾ ਸੀ ਕਿ ਮੈਂ ਕਿੱਥੇ ਸੀ। ਬਿਕਰਮ ਮਜੀਠੀਆ ਜੋ ਮਰਜ਼ੀ ਆਖੀ ਜਾਵੇ, ਬਿਕਰਮ ਮਜੀਠੀਆ ਦੇ ਕਹਿਣ ਨਾਲ ਔਰ ਕਰਨ ਨਾਲ ਕੀ ਹੋ ਜਾਣਾ। ਉਹ ਠੀਕ ਆ, ਸਾਡੀ ਸਰਕਾਰ ਨੇ ਐਕਸ਼ਨ ਲਿਆ, ਐਕਸ਼ਨ ਲੈਣ ਤੋਂ ਬਾਅਦ
ਮਾਨनीय ਅਦਾਲਤ ਨੇ ਜੋ ਫੈਸਲਾ ਲਿਆ ਹਜੇ ਉਹਨਾਂ ਨੂੰ ਜ਼ਮਾਨਤ ਦਿੱਤੀ ਆ, ਹਜੇ ਉਹਨਾਂ ਦਾ ਕੇਸ ਚੱਲੇਗਾ। ਉਹ ਤੇ ਬਹੁਤ ਸਾਰਾ ਇੱਕ ਉਲਾਸ ਮਨਾ ਰਹੇ ਨੇ, ਇੱਕ ਪਰਵ ਮਨਾ ਰਹੇ ਨੇ। ਉਹ ਵੈਲਕਮ ਨੇ, ਉਹ ਜੋ ਮਰਜ਼ੀ ਮਨਾਉਣ, ਉਲਾਸ ਮਨਾਉਣ, ਪਰਵ ਮਨਾਉਣ, ਨੱਚਣ ਟੱਪਣ, ਸਿੱਧੇ ਹੋਣ ਪੁੱਠੇ ਹੋਣ, ਸਾਡਾ ਉਹਦੇ ਨਾਲ ਕੀ ਫਰਕ ਪੈਂਦਾ। ਅਸੀਂ ਸਾਡਾ ਜੋ ਫਰਜ਼ ਬਣਦਾ ਸੀ ਸਰਕਾਰ ਦਾ, ਜੋ ਰਿਪੋਰਟ ਇੱਕ ਦਿੱਤੀ ਸੀ ਉਹ ਰਿਪੋਰਟ ਤੇ ਜੋ ਐਕਸ਼ਨ ਲੈਣਾ ਬਣਦਾ ਸੀ ਉਹ ਐਕਸ਼ਨ ਲਿਆ ਗਿਆ। ਤੁਹਾਡੇ ਆਪੋਜ਼ਿਟ ਤਲਵੀਰ ਗਿੱਲ ਨੇ ਅਕਾਲੀ ਦਲ ਤੋਂ, ਉਹ ਕਹਿੰਦੇ ਜੀ ਕਿ ਮੈਂ ਤੇ ਆਮ ਜਨਤਾ ਨਾਲ ਜੁੜ ਕੇ ਗੱਲ ਕਰਨਾ, ਤਾਂ ਜਨਤਾ ਇਹ ਕਹਿੰਦੀ, ਉਹਨਾਂ ਦਾ ਇੱਕ ਸਵਾਲ ਹੈ ਕਿ ਐਮਐਲਏ ਸਾਹਿਬ ਤੇ ਕਦੀ ਕਹਿੰਦੇ ਨਜ਼ਰ ਵੀ ਨਹੀਂ ਆਏ। ਇਹ ਉਹਨਾਂ ਦਾ ਸੋਚਣਾ, ਉਹ ਸੋਚਣ। ਤੁਸੀਂ ਜਨਤਾ ਨੂੰ ਜਾ ਕੇ ਪੁੱਛੋ ਵੀ ਨਜ਼ਰ ਆਏ ਕਿ ਨਹੀਂ ਆਏ। ਤੁਸੀਂ ਅੱਜ ਪਪੂਲੈਰਿਟੀ ਰੇਟਿੰਗ ਕਰਾ ਲਓ, ਆਪਣਾ ਸਰਵੇ ਕਰੋ। ਤੁਸੀਂ ਆਪ ਜਾ ਕੇ 100 ਬੰਦੇ ਨੂੰ 1000 ਬੰਦੇ ਦਾ ਸਰਵੇ ਕਰ ਲਓ, ਉਹਦੇ ਵਿੱਚ ਤੁਹਾਨੂੰ ਆਪ ਖੰਨਾ ਸਾਹਿਬ ਪਤਾ ਲੱਗ ਜੂਗਾ ਕਿ ਅੱਜ ਲੋਕ ਕਿਹਦੇ ਨਾਲ ਖੜੇ ਆ, ਮੇਰੇ ਨਾਲ ਖੜੇ ਆ, ਅਕਾਲੀ ਦਲ ਨਾਲ ਖੜੇ ਆ ਕਿ ਆਪ ਨਾਲ ਖੜੇ ਆ। ਤੁਸੀਂ ਇੱਕ ਛੋਟਾ ਜਿਹਾ ਕੰਮ, ਕਿ ਕੋਈ ਵੱਡੀ ਗੱਲ ਨਹੀਂ ਹੁੰਦੀ, ਤੁਹਾਡਾ ਆਪਣਾ ਪ੍ਰੋਫੈਸ਼ਨ ਹੈਗਾ, ਤੁਸੀਂ 1000 ਬੰਦੇ ਦਾ ਰੈਂਡਮ ਸਰਵੇ ਕਰਾ ਲਓ। ਮੈਂ ਤੇ 8-10 ਕਰਾ ਕੇ ਵੇਖ ਲਏ ਤੇ ਮੈਨੂੰ ਆਪਣੀ ਪਤਾ ਕਿ ਮੈਂ ਕਿਤੇ ਖੜ ਰਿਹਾ। ਕਿਰਾਏ ਉਹਨਾਂ ਨੇ ਵੀ ਹੋਣੇ ਆ, ਪਤਾ ਉਹਨਾਂ ਨੂੰ ਵੀ ਹੋਣਾ, ਪਰ ਉਹ ਝੂਠ ਬੋਲਣਾ ਤੇ ਉਹ ਝੂਠ ਦਾ ਤੇ ਕੋਈ ਹੱਲ ਨਹੀਂ ਨਾ ਹੈਗਾ। ਇੱਕ ਵਾਰ ਐਤਕੀ ਇਲੈਕਸ਼ਨਾਂ 'ਚ ਇੱਕ ਹੋਰ ਚੀਜ਼ ਸਾਹਮਣੇ ਦੇਖਣ ਨੂੰ ਮਿਲੀ ਹੈ ਕਿ ਸਰਵੇ ਆਉਣੇ ਸ਼ੁਰੂ ਹੋ ਗਏ ਆ ਫੇਸਬੁੱਕ ਤੇ ਜਾਂ ਹੋਰ ਵੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਨੇ, ਬਹੁਤ ਸਾਰੇ ਸਰਵੇਜ਼ ਆਉਂਦੇ, ਕੋਈ ਕਹਿੰਦੇ ਪਾਰਟੀ ਜਿੱਤ ਰਹੀ ਹੈ, ਕੋਈ ਕਾਂਗਰਸ ਨੂੰ ਜਿਤਾ ਰਿਹਾ, ਕੋਈ ਅਕਾਲੀ ਦਲ ਨੂੰ ਜਿਤਾ ਰਿਹਾ। ਕੀ ਸਰਵੇ ਵੀ ਉਨੀ ਕੁ ਰਾਜਨੀਤੀ ਦਾ ਹਿੱਸਾ ਹੋਣਗੇ? ਵੇਖੋ ਇਹ ਤੇ ਕਈ ਤੇ ਬੜੀਆਂ ਚੀਜ਼ਾਂ WhatsApp ਤੇ ਸੋਸ਼ਲ ਮੀਡੀਆ ਤੇ ਫੇਕ ਵੀ ਚੱਲ ਰਹੀਆਂ ਨੇ, ਮੈਂ ਤੇ ਨਾ ਕਿਸੇ ਚੀਜ਼ ਨੂੰ ਮੰਨਦਾ ਨਹੀਂ। ਤੁਸੀਂ ਸਰਵੇ ਨੂੰ ਬਿਲੀਵ ਕਰਦੇ ਹੋ ਕਿ ਇੰਦਰਵੀਰ ਬੁਲਾਰੀਏ ਦੀ ਕਾਰਜ ਪ੍ਰਣਾਲੀ ਜਾਂ ਆਪੋਜੀਸ਼ਨ ਦੇ ਜਿਹੜੇ ਸਵਾਲ ਉੱਤੇ ਬਿਲੀਵ ਕਰਦੇ ਹੋ? ਵੇਖੋ ਸਰਵੇ ਕੀ ਆ, ਸਰਵੇ ਇਹੀ ਆ ਕਿ ਮੇਰੀ ਕਾਰਗੁਜ਼ਾਰੀ ਕਿਹੜੀ ਆ, ਕੀ ਰਹੀ ਆ। ਸਰਵੇ ਦੇ ਵਿੱਚ ਕੀ ਪੁੱਛਣਾ, ਇਹੀ ਪੁੱਛਣਾ ਨਾ ਕਿ ਬਤੌਰ ਕਾਂਗਰਸ ਦਾ ਕੀ ਕੰਮ ਰਿਹਾ, ਇੰਦਰਵੀਰ ਬੁਲਾਰੀ ਦਾ ਕੀ ਕੰਮ ਰਿਹਾ, ਜਿਹੜੇ ਕੈਂਡੀਡੇਟ ਹੁਣ ਮੈਦਾਨ 'ਚ ਨੇ ਇਹਨਾਂ ਦਾ ਪਿਛੋਕੜ ਕੀ ਆ, ਇਹਨਾਂ ਦਾ ਵਿਵਹਾਰ ਕੀ ਆ, ਇਹਨਾਂ ਦਾ ਲੋਕਾਂ ਦੇ ਵਿੱਚ ਵਿਚਰਨ ਦਾ ਤਰੀਕਾ ਕੀ ਆ। ਵੇਖੋ ਜਿਹੜੀਆਂ ਭਾਸ਼ਾ ਜਿਹੜੀ ਆ ਨਾ, ਇਹ ਬੜਾ ਅਹਿਮ ਰੋਲ ਅਦਾ ਕਰਦੀ ਆ। ਕਿਸੇ ਬੰਦੇ ਦੀ ਜੰਮਪਲ ਕਿੱਦਾਂ ਦੀ ਆ, ਕਿਸੇ ਬੰਦੇ ਨੂੰ ਤਹਿਜ਼ੀਬ ਕਿੱਦਾਂ ਦੀ ਆ, ਕਿਸੇ ਬੰਦੇ ਨੇ ਸ਼ਹਿਰ ਦੇ ਵਿੱਚ ਵਿਚਰਨਾ ਤੇ ਉਹਦੀ ਬੋਲ ਬਾਣੀ ਭਾਸ਼ਾ ਕਿਹੋ ਜਿਹੀ ਆ। ਸੋ ਮੈਂ ਤੇ ਕਹਾਂਗਾ ਵੀ ਚੰਗਾ ਹੋ ਗਿਆ ਵੀ ਸਾਰੇ ਕੈਂਡੀਡੇਟ ਜਿਹੜੇ ਆ ਉਹ ਸਾਲ ਪਹਿਲੇ ਆ ਗਏ ਸੀਗੇ। ਹੁਣ ਲੋਕਾਂ ਨੇ ਸਾਰਿਆਂ ਦੀ ਬੋਲਬਾਣੀ ਵੇਖ ਲਈ ਆ, ਸਾਰਿਆਂ ਦਾ ਸਲੀਕਾ ਵੀ ਵੇਖ ਲਿਆ, ਸਾਰਿਆਂ ਦਾ ਤਰੀਕਾ ਵੀ ਵੇਖ ਲਿਆ, ਮੇਰਾ ਵੀ ਵੇਖ ਲਿਆ, ਤੇ ਚੰਗੀ ਗੱਲ ਆ। ਇਹ ਤੇ ਬਹੁਤ ਚੰਗੀ ਗੱਲ ਹੋਈ ਆ। ਜੇ ਕਿਤੇ ਲੇਟ ਉਹ ਹੋਣਾ ਦੇ ਤੇ ਸ਼ਾਇਦ ਕਿਤੇ ਠੱਗੇ ਜਾਂਦੇ, ਸ਼ਾਇਦ ਕਿਤੇ ਸਮਝਦੇ ਕਿ ਬਹੁਤ ਵਧੀਆ ਬੰਦੇ ਨੇ, ਪਰ ਇਹ ਚੰਗਾ ਹੋ ਗਿਆ ਜਿਹੜਾ 2 ਸਾਲ ਪਹਿਲੇ ਆ ਕੇ ਆਪਣੇ ਆਪ ਨੂੰ ਐਕਸਪੋਜ਼ ਕਰ ਲਿਆ। ਹੁਣ ਤੇ ਬੱਚੇ ਨੂੰ ਪਤਾ ਜਿਹੜੇ ਬੰਦੇ, ਜਿਹੜੇ ਲੀਡਰ ਇਹਨਾਂ ਨੇ 2-2 ਸਾਲ ਪਹਿਲੇ ਸਾਡੇ ਤੋਂ ਵੇਖੋ ਨਾਰਾਜ਼ਗੀਆਂ ਹੋ ਜਾਂਦੀਆਂ ਨੇ ਜੀ, ਬਿਲਕੁਲ, ਤੇ ਮੇਰੇ ਤੋਂ ਵੀ ਸ਼ਾਇਦ ਲਾਜ਼ਮੀ ਤੌਰ ਤੇ ਕਈ ਬੰਦੇ ਨਾਰਾਜ਼ ਵੀ ਹੋਣਗੇ। ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਅੱਜ ਤੋਂ 2 ਸਾਲ ਪਹਿਲੇ ਇਹਨਾਂ ਕੋਲ ਗਏ ਸੀਗੇ, ਉਹ ਆਪ ਫੋਨ ਕਰਕੇ ਕਹਿ ਰਹੇ ਕਿ ਬਹੁਤ ਅਸੀਂ ਤੇ ਭਾਜੀ ਬੜੇ ਸ਼ਰਮਿੰਦੇ ਆ, ਅਸੀਂ ਨਾਲ ਚੱਲਣਾ ਚਾਹੁੰਦੇ, ਪਾਰਟੀ ਨਾਲ ਚੱਲਣਾ ਚਾਹੁੰਦੇ। ਔਰ ਮੇਰੇ ਵੱਲੋਂ ਤੇ ਕਦੀ ਕੋਈ ਜਿਹੜੇ 2 ਸਾਲ ਪਹਿਲੇ ਵੀ ਛੱਡ ਕੇ ਗਏ ਸੀ, ਮੈਂ ਉਹਨਾਂ ਨੂੰ ਬੋਲਬਾਣੀ ਕਦੀ ਮਾੜੀ ਨਹੀਂ ਰੱਖੀ। ਮੈਂ ਉਦੋਂ ਵੀ ਆਖਿਆ ਯਾਰ ਤੁਹਾਡਾ ਆਪਣਾ ਮਨ ਆ, ਔਰ ਜਦੋਂ ਤੁਹਾਡੇ ਮਨ ਦੇ ਵਿੱਚ ਗੱਲ ਖਤਮ ਹੋਏਗੀ ਤੁਸੀਂ ਆਪਣੇ ਆਪ ਆ ਜਾਓ। ਔਰ ਸਾਰੇ ਘਰ ਵਾਪਸ ਆ ਰਹੇ ਆ। ਆਖਰੀ ਸਵਾਲ, ਚੈਲੰਜ ਕੀ ਸਮਝਦੇ ਹੋ? ਆਮ ਆਦਮੀ ਪਾਰਟੀ, ਅਕਾਲੀ ਦਲ? ਕੋਈ ਚੈਲੰਜ ਹੈ ਹੀ ਨਹੀਂ। ਫਿਰ ਵੀ ਇੱਕ ਪਾਰਟੀ ਨੂੰ ਫਿਰ ਵੀ ਇੱਕ ਵਿਜ਼ਨ ਬਣਾਇਆ ਹੁੰਦਾ, ਕਿਉਂਕਿ ਤੁਸੀਂ ਇਲੈਕਸ਼ਨ ਲੜ ਰਹੇ ਹੋ ਤਾਂ ਸੀਜ਼ਨ ਪੋਲੀਟੀਸ਼ੀਅਨ ਹੋ, ਪਿਛਲੇ ਲੰਬੇ ਸਮੇਂ ਤੋਂ ਇਸ ਹਲਕੇ 'ਚ ਹੋ, ਤਾਂ ਫਿਰ ਵੀ ਇੱਕ ਪਾਰਟੀ ਦਾ ਚੈਲੰਜ ਹੁੰਦਾ, ਅਕਾਲੀ ਦਲ ਹੈ ਜਾਂ ਆਮ ਆਦਮੀ ਪਾਰਟੀ। ਖੰਨਾ ਸਾਹਿਬ ਸੀਜ਼ਨ ਦਾ ਇਸ ਕਰਕੇ ਕਹਿ ਰਹੇ ਆ ਕਿ ਮੈਂ ਕਦੀ ਵਿਰੋਧੀਆਂ ਵੱਲ ਧਿਆਨ ਨਹੀਂ ਦਿੱਤਾ ਕਿ ਵਿਰੋਧੀ ਕੀ ਕਰ ਰਹੇ ਆ। ਮੇਰਾ ਆਪਣਾ ਇੱਕ ਸਿਸਟਮ ਆ ਜਿਸ ਤਰੀਕੇ ਨਾਲ ਮੈਂ ਚੱਲਦਾ, ਔਰ ਮੈਨੂੰ ਪਤਾ ਕਿ ਮੈਨੂੰ ਪੂਰਾ ਕੌਨਫੀਡੈਂਸ ਆ ਕਿ ਆਪਣੇ ਜਿਹੜੇ ਮੈਂ ਕੰਮ ਕੀਤੇ ਆ ਔਰ ਜੋ ਮੇਰਾ ਵਿਵਹਾਰ ਆਪਣੇ ਵਰਕਰ ਸਾਹਿਬਾਨ ਨਾਲ ਰਿਹਾ, ਆਪਣੇ ਲੋਕਾਂ ਦੇ ਪ੍ਰਤੀ ਰਵੱਈਆ ਰਿਹਾ, ਔਰ ਮੈਨੂੰ ਪੂਰਾ ਕੌਨਫੀਡੈਂਸ ਆ ਕਿ ਬਹੁਤ ਵੱਡੇ ਫਰਕ ਦੇ ਨਾਲ ਜਿਹੜੇ ਵਿਰੋਧੀ ਆ ਉਹਨਾਂ ਨੂੰ ਜਵਾਬ ਮਿਲ ਜਾਏਗਾ। ਔਰ 20 ਤਰੀਕ ਦਾ ਇਸ ਉਡੀਕ ਕਰਨ, 20 ਨੂੰ ਲੋਕਾਂ ਨੇ ਮਤ ਦਾ ਦਾਨ ਦੇਣਾ। ਸੋ ਮਤ ਦਾ ਦਾਨ ਇੱਦਾਂ ਨਹੀਂ ਦਿੱਤਾ ਜਾਂਦਾ, ਮਤ ਦਾ ਦਾਨ ਸਾਰੇ ਕੈਂਡੀਡੇਟਾਂ ਦਾ ਅਗਲਾ ਪਿਛਲਾ ਪਿਛੋਕੜ ਵੇਖ ਕੇ ਛਾਨਣੀ ਮਾਰ ਕੇ ਦਿੱਤਾ ਜਾਂਦਾ। ਔਰ ਜਿਹੋ ਜਿਹੇ ਕੈਂਡੀਡੇਟ ਆਏ ਨੇ ਦੋਵੇਂ ਪਾਰਟੀਆਂ ਤੋਂ, ਸਾਰਿਆਂ ਨੂੰ ਉਹਨਾਂ ਦਾ ਪਿਛੋਕੜ ਪਤਾ, ਮੇਰੇ ਪਰਿਵਾਰ ਦਾ ਵੀ ਪਿਛੋਕੜ ਪਤਾ। ਸ਼ੁਕਰੀਆ। ਤਾਂ ਅਸੀਂ ਇੰਦਰਵੀਰ ਬੁਲਾਰੀਆ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ, ਤਾਂ ਫਿਲਹਾਲ ਦਾਅਵੇ ਉਹਨਾਂ ਵੱਲੋਂ ਕੀਤੇ ਗਏ। ਉਹਨਾਂ ਨੇ ਕਿਹਾ ਕਿ ਮੈਂ ਸਿਰਫ ਜਨਤਾ 'ਚ ਬਿਲੀਵ ਕਰਦਾ, ਵਿਰੋਧੀ ਕੋਈ ਵੀ ਹੋਵੇ, ਲੇਕਿਨ ਮੇਰੇ ਵਾਸਤੇ ਸਿਰਫ ਮੇਰੇ ਕੰਮ ਬੋਲਦੇ ਨੇ, ਤਾਂ ਮੈਂ ਆਪਣੇ ਕੰਮਾਂ ਦੇ ਲਿਹਾਜ਼ ਨਾਲ ਲੋਕਾਂ 'ਚ ਜਾ ਰਿਹਾ ਹਾਂ ਤਾਂ ਜ਼ਰੂਰ। ਤਾਂ ਉਹਨਾਂ ਨੇ ਕਿਹਾ ਕਿ ਮੈਂ ਜਿੱਤ ਹਾਸਿਲ ਕਰਾਂਗਾ, ਲੇਕਿਨ ਵੱਡਾ ਸਵਾਲ ਹੈ ਕਿ ਆਖਿਰਕਾਰ ਹੀਰੋ ਕੌਣ ਹੋਊ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।